ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਮਨਦੀਪ ਕੌਰ ਸਵਰ ਸੰਗੀਤ ਚੈਨਲ ਤੋਂ ਅੱਜ ਤੁਹਾਨੂੰ ਗਾਇਕ ਦੇ ਗੁਣ ਅਤੇ ਦੋਸ਼ ਨਾਲ ਅਵਗਤ ਕਰਾਉਣ ਜਾ ਰਹੀ ਹਾਂ। ਆਸ ਕਰਦੀ ਹਾਂ ਇਹ ਤੁਹਾਡੇ ਗਿਆਨ ਵਿੱਚ ਵਾਧਾ ਜ਼ਰੂਰ ਕਰੇਗਾ। ਸੰਗੀਤ ਮੰਚ ਪ੍ਰਦਰਸ਼ਨ ਦੀ ਕਲਾ ਹੈ, ਇਸ ਲਈ ਗਾਇਨ ਸਹੀ ਢੰਗ ਨਾਲ ਪੇਸ਼ ਕੀਤਾ ਜਾਣਾ ਅਤੀ ਜ਼ਰੂਰੀ ਹੈ। ਸੰਗੀਤ ਦੀਆਂ ਮਹਿਫਲਾਂ ਵਿੱਚ ਕਿਸੇ ਵੀ ਗਾਇਕ ਦਾ ਪ੍ਰਭਾਵ ਪਾਉਣ ਜਾਂ ਵਿਗਾੜਨ ਵਿੱਚ ਬਹੁਤ ਹੱਦ ਤੱਕ ਗਾਇਕ ਦੇ ਆਪਣੇ ਗੁਣ ਅਤੇ ਦੋਸ਼ ਭਾਵ ਔਗੁਣ ਜ਼ਿੰਮੇਵਾਰ ਹੁੰਦੇ ਹਨ। ਸਾਡੇ ਪ੍ਰਾਚੀਨ ਗ੍ਰੰਥਕਾਰਾਂ ਨੇ ਗਾਇਕਾਂ ਦੇ ਗੁਣ ਅਤੇ ਦੋਸ਼ ਜਾਂ ਕਹਿ ਸਕਦੇ ਹੋ ਔਗੁਣ ਦਾ ਵਰਣਨ ਵਿਸ਼ੇਸ਼ ਤੌਰ 'ਤੇ ਕੀਤਾ ਹੈ, ਜਿਨ੍ਹਾਂ ਦਾ ਧਿਆਨ ਹਰੇਕ ਗਾਇਕ ਨੂੰ ਰੱਖਣਾ ਚਾਹੀਦਾ ਹੈ। ਸਰੋਤਿਆਂ ਵਿੱਚ ਅਨੇਕ ਪ੍ਰਵਿਰਤੀਆਂ ਦੇ ਵਿਅਕਤੀ ਮੌਜੂਦ ਹੁੰਦੇ ਹਨ। ਕੁਝ ਗਾਇਕ ਦੇ ਗਾਇਨ ਤੋਂ ਮੰਤਰਮੁਗਧ ਹੁੰਦੇ ਹਨ, ਪਰੰਤੂ ਕੁਝ ਹੋਰ ਉਸ ਦੀ ਸੂਰਤ ਹੀ ਦੇਖਦੇ ਰਹਿ ਜਾਂਦੇ ਹਨ ਅਤੇ ਗਾਇਕ ਦੇ ਹਾਵ ਭਾਵ 'ਤੇ ਹੀ ਧਿਆਨ ਕੇਂਦਰਿਤ ਕਰਦੇ ਰਹਿੰਦੇ ਹਨ। ਜੇਕਰ ਗਾਇਕ ਦੀ ਸੂਰਤ, ਮੁੱਖ ਮੁਦਰਾ ਜਾਂ ਭਾਵ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਤਾਂ ਉਹ ਗਾਇਨ ਸੁਣਨ ਦੀ ਬਜਾਏ ਮਹਿਫਿਲ ਦਾ ਰੰਗ ਭਾਗ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਲਈ ਜੇਕਰ ਸਭ ਤਰ੍ਹਾਂ ਦੀ ਪ੍ਰਵਿਰਤੀ ਦੇ ਸਰੋਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਤੁਲਿਤ ਗਾਇਨ ਪੇਸ਼ ਕੀਤਾ ਜਾਵੇ ਤਾਂ ਕਦੇ ਵੀ ਮਹਿਫਿਲ ਦਾ ਰੰਗ ਨਹੀਂ ਵਿਗੜ ਸਕਦਾ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਮੰਚ 'ਤੇ ਗਾਇਨ ਪੇਸ਼ ਕਰਦੇ ਸਮੇਂ ਗਾਇਕ ਆਵਸ਼ਕ ਗੁਣਾਂ ਨੂੰ ਗ੍ਰਹਿਣ ਕਰਦੇ ਹੋਏ ਔਗੁਣਾਂ ਨੂੰ ਛੱਡਦਾ ਰਹੇਗਾ। ਉਸ ਦਾ ਗਾਇਨ ਕਦੇ ਵੀ ਸਰੋਤਿਆਂ ਵਿੱਚ ਹਾਸੇ ਦਾ ਕਾਰਨ ਨਹੀਂ ਬਣ ਸਕਦਾ। ਫਲਸਵਰੂਪ ਉਹ ਇੱਕ ਸਫਲ ਗਾਇਕ ਬਣ ਸਕਦਾ ਹੈ। ਪੰਡਿਤ ਸ਼ਾਰੰਗ ਦੇਵ ਜੀ ਨੇ ਆਪਣੇ ਸੰਗੀਤ ਰਤਨਾਕਰ ਵਿੱਚ ਗਾਇਕ ਦੇ ਇਹਨਾਂ ਗੁਣਾਂ ਅਤੇ ਔਗੁਣਾਂ ਦਾ ਬਹੁਤ ਹੀ ਵਿਸਤਾਰ ਨਾਲ ਵਰਣਨ ਕੀਤਾ ਹੈ, ਜਿਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਗੁਣ ਅਤੇ ਔਗੁਣ ਕੁਝ ਇਸ ਤਰ੍ਹਾਂ ਹਨ। ਗਾਇਕ ਦੇ ਗੁਣ। ਪਹਿਲਾ, ਹਿਰਦ੍ਰ ਸ਼ਬਦ, ਜਿਨ੍ਹਾਂ ਦਾ ਸ਼ਬਦ ਅਰਥਾਤ ਆਵਾਜ਼ ਗਾਉਣ ਯੋਗ ਅਤੇ ਸੁਰੀਲੀ ਹੋਵੇ। ਦੂਜਾ, ਰਾਗ ਰਾਗਾਂਗ ਦੀ ਕੋਵਿਦ, ਜੋ ਰਾਗ ਰਾਗਾਂਗ ਆਦਿ ਦਾ ਜਾਣਕਾਰ ਹੋਵੇ, ਭਾਵ ਜੋ ਦੇਸੀ ਸੰਗੀਤ ਦੇ 4 ਭੇਦ ਰਾਗਾਂਗ, ਪਾਸ਼ਾਂਗ, ਕ੍ਰਿਆਂਗ ਔਰ ਉਪਾਂਗ ਦਾ ਜਾਣਕਾਰ ਹੋਵੇ ਅਤੇ ਜਿਸ ਨੂੰ ਰਾਗਾਂ ਦੇ ਸਰੂਪ ਦਾ ਪੂਰਨ ਅਤੇ ਸਪਸ਼ਟ ਗਿਆਨ ਹੋਵੇ। ਤੀਜਾ, ਵਿਵਿਧਾ ਲਪਤਿਤ ਤਵ, ਜੋ ਆਲਾਪ ਕਰਨ ਦੇ ਗੂੜ ਰਹੱਸਾਂ ਤੋਂ ਜਾਣੂ ਹੋਵੇ ਅਤੇ ਆਪਣੀ ਪ੍ਰਤਿਭਾ ਨਾਲ ਗਾਇਨ ਵਿੱਚ ਨਵੀਨਤਾ ਲਿਆ ਸਕੇ। ਚੌਥਾ, ਆਯਤ ਕੰਠ, ਜਿਸ ਦਾ ਕੰਠ ਸੁਰੀਲਾ ਹੋਵੇ, ਆਵਾਜ਼ ਲਗਾਉਣ ਦਾ ਢੰਗ ਸ਼ੁੱਧ ਹੋਵੇ। ਪੰਜਵਾਂ, ਤਾਲਗਯ, ਜੋ ਤਾਲ ਦਾ ਗਿਆਤਾ ਹੋਵੇ ਜਾਂ ਚੰਗਾ ਤਾਲ ਗਿਆਨ ਰੱਖਣ ਵਾਲਾ ਹੋਵੇ। ਛੇਵਾਂ, ਅਜਸਰਲਿਯ, ਜੋ ਅਤਿਅੰਤ ਲੈਅਦਾਰ ਹੋਵੇ ਅਤੇ ਭਿੰਨ ਭਿੰਨ ਲੈਅਕਾਰੀਆਂ ਕਰਨ ਦਾ ਅਭਿਆਸ ਹੋਵੇ। ਸੱਤਵਾਂ, ਸਾਵਧਾਨ, ਜੋ ਇਕਾਗਰਚਿਤ ਹੋ ਕੇ ਸਾਵਧਾਨੀ ਪੂਰਵਕ ਗਾ ਸਕੇ। ਅੱਠਵਾਂ, ਸ਼ੁੱਧ ਛਾਇਆ ਲਗਭਿਗਯ, ਜੋ ਸ਼ੁੱਧ ਛਾਇਆ ਲਗ ਅਤੇ ਸੰਕੀਰਣ ਇਹਨਾਂ ਰਾਗਾਂ ਭੇਦਾਂ ਦਾ ਗਿਆਤਾ ਹੋਵੇ। ਨੌਵਾਂ, ਸਰਵ ਕਾਕੂ ਵਿਸ਼ੇਸ਼ਵਿਤ, ਜੋ ਸੰਗੀਤ ਸ਼ਾਸਤਰਾਂ ਵਿੱਚ ਵਰਣਿਤ 6 ਪ੍ਰਕਾਰ ਦੇ ਸਾਰੇ ਕਾਕੂ ਭੇਦਾਂ ਨੂੰ ਪ੍ਰਯੋਗ ਕਰਨ ਦੀ ਜਾਣਕਾਰੀ ਰੱਖਦਾ ਹੋਵੇ। 10ਵਾਂ, ਕ੍ਰਿਆਪਰ, ਜੋ ਅਭਿਆਸ ਵਿੱਚ ਦਰਸ਼ਕ ਹੋਵੇ ਅਰਥਾਤ ਰਿਆਜ਼ ਕਰਦਾ ਹੋਵੇ। 11ਵਾਂ, ਹਰੀਰੇ ਕ੍ਰਿਦ ਭਜਨੋਦਰ ਤੁਰ, ਜੋ ਆਪਣੇ ਗਾਇਨ ਨਾਲ ਸਰੋਤਿਆਂ ਦੇ ਮਨ ਨੂੰ ਮੋਹਿਤ ਕਰਨ ਵਾਲਾ ਹੋਵੇ। 12ਵਾਂ, ਜੋ ਹਮੇਸ਼ਾ ਸਮੇਂ ਅਤੇ ਸਰੋਤਿਆਂ ਦੀ ਰੁਚੀ ਦਾ ਧਿਆਨ ਰੱਖ ਕੇ ਗਾਵੇ। 13ਵਾਂ, ਸੁਸੰਪਰਦਾਇ, ਜਿਸ ਦੀ ਗੁਰੂ ਪਰੰਪਰਾ ਉੱਚ ਸ਼੍ਰੇਣੀ ਦੀ ਹੋਵੇ। 14ਵਾਂ, ਸਰਵ ਦੋਸ਼ ਵਿਵਰਜਿਤ, ਜੋ ਸਭ ਤਰ੍ਹਾਂ ਦੇ ਦੋਸ਼ਾਂ ਤੋਂ ਰਹਿਤ ਹੋਵੇ, ਕਿਸੇ ਵੀ ਤਰ੍ਹਾਂ ਦਾ ਔਗੁਣ ਉਸ ਵਿੱਚ ਮੌਜੂਦ ਨਾ ਹੋਵੇ। ਗਾਇਕ ਦੇ ਦੋਸ਼ ਜਾਂ ਔਗੁਣ। ਸੰਗੀਤ ਰਤਨਾਕਰ ਗ੍ਰੰਥ ਵਿੱਚ ਗਾਇਕ ਦੇ ਗੁਣਾਂ ਦੇ ਨਾਲ ਨਾਲ ਅਨੇਕ ਤਰ੍ਹਾਂ ਦੇ ਔਗੁਣ ਵੀ ਦੱਸੇ ਗਏ ਹਨ, ਜੋ ਕੁਝ ਇਸ ਪ੍ਰਕਾਰ ਹਨ। ਪਹਿਲਾ, ਬੇਸੁਰਾ, ਸੁਰ ਵਿੱਚ ਨਾ ਗਾਉਣਾ। ਦੂਜਾ, ਸੰਦਸ਼ਟ, ਦੰਦ ਪੀਸ ਕੇ ਗਾਉਣਾ। ਤੀਸਰਾ, ਉਦਤ੍ਰਿਸ਼ਟ, ਨੀਰਸ ਅਤੇ ਜ਼ੋਰ ਦੀ ਗਾਉਣਾ। ਚੌਥਾ, ਭੀਤ, ਭੈਭੀਤ ਹੋ ਕੇ ਗਾਉਣਾ ਜਾਂ ਡਰਦੇ ਹੋਏ ਗਾਉਣਾ। ਪੰਜਵਾਂ, ਸ਼ੰਕਿਤ, ਆਤਮ ਵਿਸ਼ਵਾਸ ਨਾ ਹੋਣਾ ਅਤੇ ਘਬਰਾਹਟ ਵਿੱਚ ਗਾਉਣਾ। ਛੇਵਾਂ, ਕੰਪਿਤ, ਕੰਬਦੀ ਹੋਈ ਆਵਾਜ਼ ਵਿੱਚ ਗਾਉਣਾ। ਸੱਤਵਾਂ, ਕਾਕੀ, ਕਾਂ ਦੀ ਤਰ੍ਹਾਂ ਕਰਕਸ਼ ਆਵਾਜ਼ ਵਿੱਚ ਗਾਉਣਾ। ਅੱਠਵਾਂ, ਕਰਬ, ਮੂੰਹ ਉੱਪਰ ਉਠਾ ਕੇ ਗਾਉਣਾ। ਨੌਵਾਂ, ਚੋਂਬਕ, ਗਲੇ ਅਤੇ ਮੂੰਹ ਦੀਆਂ ਨਸਾਂ ਫੁਲਾ ਕੇ ਗਾਉਣਾ। 10ਵਾਂ, ਤੁੰਬਕੀ, ਤੁੰਬੇ ਦੀ ਤਰ੍ਹਾਂ ਮੂੰਹ ਫੁਲਾ ਕੇ ਗਾਉਣਾ। 11ਵਾਂ, ਵਿਤਾਲ, ਬੇਤਾਲਾ ਗਾਉਣਾ। 12ਵਾਂ, ਵਿਕਲ, ਗਾਉਣ ਵਿੱਚ ਘੱਟ ਜਾਂ ਵੱਧ ਸ਼ਰੂਤੀਆਂ ਦਾ ਪ੍ਰਯੋਗ ਕਰਨਾ। 13ਵਾਂ, ਵਿਰਸ, ਬਿਨਾਂ ਰਸ ਜਾਂ ਨੀਰਸ ਗਾਉਣਾ। 14ਵਾਂ, ਅਪਸਵਰ, ਗਾਉਣ ਵਿੱਚ ਵਰਜਿਤ ਸਵਰ ਅਪਣਾਉਣਾ। 15ਵਾਂ, ਅਵਿਅਕਤ, ਗਾਉਣ ਵਿੱਚ ਸ਼ਬਦਾਂ ਦਾ ਉਚਾਰਨ ਅਸਪਸ਼ਟ ਹੋਣਾ ਜਾਂ ਗਲਤ ਉਚਾਰਨ ਕਰਨਾ। 16ਵਾਂ, ਅਨਵਧਾਨ, ਲਾਪਰਵਾਹੀ ਨਾਲ ਗਾਉਣਾ। ਇਹਨਾਂ ਤੋਂ ਇਲਾਵਾ ਨੱਕ ਨਾਲ ਗਾਉਣਾ, ਮੂੰਹ ਉਠਾ ਕੇ ਗਾਉਣਾ, ਹੱਥ ਪੈਰ ਪਟਕ ਕੇ ਗਾਉਣਾ
ਅਤੇ ਗਾਉਂਦੇ ਸਮੇਂ ਬਾਰ-ਬਾਰ ਸਾਹ ਲੈ ਕੇ ਆਵਾਜ਼ ਤੋੜ-ਤੋੜ ਕੇ ਗਾਉਣਾ ਗਾਇਕ ਦੇ ਔਗੁਣ ਮੰਨੇ ਗਏ ਹਨ। ਗਾਇਕ ਨੂੰ ਸਦਾ ਹੀ ਇਹਨਾਂ ਦੋਸ਼ਾਂ ਤੋਂ ਬਚਣਾ ਚਾਹੀਦਾ ਹੈ। ਗਾਇਨ ਸੰਗੀਤ ਦੇ ਹਰੇਕ ਵਿਦਿਆਰਥੀ ਨੂੰ ਵੀ ਸ਼ਾਸਤਰਾਂ ਵਿੱਚ ਵਰਣਿਤ ਇਹਨਾਂ ਗੁਣ ਦੋਸ਼ਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਆਰੰਭ ਤੋਂ ਹੀ ਗੁਣਾਂ ਨੂੰ ਗ੍ਰਹਿਣ ਕਰਦੇ ਹੋਏ ਔਗੁਣਾਂ ਤੋਂ ਬਚਣ ਦਾ ਯਤਨ ਕਰਨਾ ਚਾਹੀਦਾ ਹੈ। ਗੁਣਾਂ ਨੂੰ ਧਾਰਨ ਕਰਦੇ ਹੋਏ ਅਤੇ ਔਗੁਣਾਂ ਤੋਂ ਬਚਦੇ ਹੋਏ ਹੀ ਇੱਕ ਗਾਇਕ ਸਫਲ ਮੰਚ ਕਲਾਕਾਰ ਬਣ ਸਕਦਾ ਹੈ ਅਤੇ ਯਸ਼ ਹਾਸਿਲ ਕਰ ਸਕਦਾ ਹੈ। ਆਸ ਕਰਦੀ ਹਾਂ ਇਸ ਵਿਸ਼ੇ ਨੇ ਤੁਹਾਡੇ ਗਿਆਨ ਵਿੱਚ ਵਾਧਾ ਜ਼ਰੂਰ ਕੀਤਾ ਹੋਵੇਗਾ। ਧੰਨਵਾਦ।